ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਸਿੱਧੂ। ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕੁੰਵਰ ਵਿਜੇ ਪ੍ਰਤਾਪ ਦੀ ਕਰਾਂਗੇ। ਕੁੰਵਰ ਵਿਜੇ ਪ੍ਰਤਾਪ ਨੂੰ ਹੁਣ ਵੱਡਾ ਮਾਣ ਮਿਲਿਆ, ਵੱਡਾ ਸਨਮਾਨ ਮਿਲਿਆ, ਵੱਡਾ ਤੋਹਫਾ ਮਿਲਿਆ। ਕੀ ਕੁਝ ਗੱਲਬਾਤ ਹੈ, ਉਸ ਤੇ ਅਸੀਂ ਗੱਲਬਾਤ ਜਿਹੜੀ ਹੈ ਕਰਾਂਗੇ। ਤਾਂ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਾਂਗਰਸ ਦੀ ਜਿਹੜੀ ਹੈ ਕੌਮੀ ਪ੍ਰਧਾਨਗੀ ਦੇ ਲਈ ਚੋਣ ਚੱਲੀ ਹੈ, ਉਹਦੇ ਵਿੱਚ ਗਾਂਧੀ ਪਰਿਵਾਰ ਨੇ ਕਿਸ ਦਾ ਸਾਥ ਦਿੱਤਾ ਹੈ, ਕੌਣ ਜਿੱਤਣਗੇ? ਖੜਗੇ ਜਿੱਤਣਗੇ, ਖੜਗੇ ਪ੍ਰਧਾਨ ਬਣਨਗੇ ਕਾਂਗਰਸ ਦੇ ਕੌਮੀ, ਜਾਂ ਫਿਰ ਸ਼ਸ਼ੀ ਥਰੂਰ ਬਣਨਗੇ? ਪੰਜਾਬ ਦੇ ਕੀ ਹਾਲਾਤ ਰਹੇ ਆ, ਉੱਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਉਹ ਕੁਝ ਹੋਰ ਵੀ ਜਿਹੜੀਆਂ ਖਬਰਾਂ ਨੇ, ਜਿਸ ਤਰੀਕੇ ਨਾਲ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਨਾਲ ਜਿਹੜੇ ਗੁਜਰਾਤ ਪਹੁੰਚੇ ਹੋਏ ਆ, ਔਰ ਪੰਜਾਬ ਦੇ ਵਿੱਚ ਜੋ ਹਾਲਾਤ ਅੱਜ ਬਣੇ ਆ ਔਰ ਜੋ ਪਿਛਲੇ ਕੁਝ ਦਿਨਾਂ ਤੋਂ ਵੀ ਬਣੇ ਹੋਏ ਆ, ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਲਈ ਮੇਰੇ ਨਾਲ ਜੁੜੇ ਆ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਨਾ ਉਹ ਆਪਾਂ ਕੁੰਵਰ ਵਿਜੇ ਪ੍ਰਤਾਪ ਹੋਣਾ ਵਾਲੀ ਖਬਰ ਤੋਂ ਹੀ ਕਰਾਂਗੇ। ਉਹ ਤਸਵੀਰਾਂ ਵੀ ਆਪਾਂ ਦਿਖਾਵਾਂਗੇ ਕਿ ਕੀ ਤੋਹਫਾ ਮਿਲਿਆ, ਉਹ ਬਾਅਦ ਚ ਦਿਖਾਉਂਦੇ ਆ। ਪਰ ਪਹਿਲਾਂ ਮੈਂ ਦੱਸ ਦੇਵਾਂ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਪਿਛਲੇ ਲੰਬੇ ਸਮੇਂ ਤੋਂ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਉਹਦੇ ਇਨਸਾਫ ਦੇ ਲਈ, ਔਰ ਉਸੇ ਬੇਅਦਬੀ ਦੇ ਇਨਸਾਫ ਦੇ ਲਈ ਜਿਹੜੇ ਦੋ ਸਿੰਘ ਸ਼ਹੀਦ 2015 ਦੇ ਵਿੱਚ ਹੋ ਗਏ ਸੀਗੇ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਆ। ਔਰ ਉਹਨਾਂ ਨੇ ਉਸੇ ਮਸਲਿਆਂ ਦੇ ਕਰਕੇ ਨੌਕਰੀ ਵੀ ਛੱਡੀ, ਹਾਲਾਂਕਿ ਬਾਅਦ ਵਿੱਚ ਪੋਲਿਟਿਕਸ ਦੇ ਵਿੱਚ ਵੀ ਆਏ, ਪਰ ਉਹਨਾਂ ਨੇ ਉਹ ਮੁੱਦੇ ਜਿਹੜੇ ਅੱਜ ਨਹੀਂ ਛੱਡੇ। ਉਹ ਪਿਛਲੇ ਦਿਨੀ ਬਰਗਾੜੀ ਦੇ ਵਿੱਚ ਜਾ ਕੇ ਵੀ ਦਹਾੜੇ ਹੈ, ਔਰ ਬਰਗਾੜੀ ਦੇ ਵਿੱਚ ਦਹਾੜਨ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਵੱਡਾ ਮਾਨ ਸਨਮਾਨ ਦਿੱਤਾ ਗਿਆ। ਫੋਟੋਆਂ ਜਿਹੜੀਆਂ ਦਿਖਾਈਆਂ ਜਾਣ, ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਕੀਤਾ ਗਿਆ ਹੈ, ਔਰ ਪਰਮਜੀਤ ਸਿੰਘ ਜਿਹੜੇ ਹੈਗੇ ਆ ਇੱਕ ਸਿੱਖ ਆਗੂ ਹੈਗੇ ਆ, ਉਹਨਾਂ ਦੇ ਵੱਲੋਂ ਮਾਨ ਸਨਮਾਨ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਕੀਤਾ ਗਿਆ ਹੈ। ਸੋਨੇ ਦੇ ਸਿੱਖ ਚਿੰਨ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਗਿਆ। ਹਾਲਾਂਕਿ ਇਹ ਇੱਕ ਆਪਾਂ ਤੋਹਫਾ ਨਹੀਂ ਕਹਿ ਸਕਦੇ ਜਾਂ ਆਪਾਂ ਕੋਈ ਵੱਡਾ ਨਹੀਂ ਗੱਲ ਕਹਿ ਸਕਦੇ, ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਇਹ ਜਿਹੜਾ ਸਨਮਾਨ ਕੀਤਾ ਗਿਆ ਹੈ, ਜਾਂ ਇਹ ਕੁੰਵਰ ਵਿਜੇ ਪ੍ਰਤਾਪ ਦਾ ਮਾਣ ਵਧਾਇਆ ਗਿਆ ਇਹਨਾਂ ਸਿੱਖ ਆਗੂਆਂ ਦੇ ਵੱਲੋਂ, ਇਹ ਇਸ ਕਰਕੇ ਵਧਾਇਆ ਗਿਆ। ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਲਗਾਤਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੇ ਲਈ ਔਰ ਉਸੇ ਬੇਅਦਬੀ ਦੇ ਲਈ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਆਵਾਜ਼ ਚੁੱਕੀ ਹੈ, ਜਿਹਦੇ ਕਰਕੇ ਇਹਨਾਂ ਨੂੰ ਜਿਹੜਾ ਇਹ ਮਾਨ ਸਨਮਾਨ ਕੀਤਾ ਗਿਆ। ਔਰ ਚਾਹੀਦਾ ਵੀ ਹੈ ਕਿ ਅਜਿਹੇ ਇਮਾਨਦਾਰ ਅਫਸਰ ਰਹੇ ਔਰ ਇਮਾਨਦਾਰ ਲੀਡਰ ਨੂੰ ਜਿਹੜੀ ਹੈ ਉਹ ਅਜਿਹੀ ਗੱਲਬਾਤ ਦੇ ਨਾਲ, ਅਜਿਹੇ ਕਦਮਾਂ ਦੇ ਨਾਲ ਜਿਹੜੀ ਹੈ ਉਹ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਤਾਂ ਜੋ ਅੱਗੇ ਵੀ ਉਦਾਂ ਹੀ ਲੱਗੇ ਰਹਿਣ। ਅਣਖ ਸਾਹਿਬ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਹਾਲਾਂਕਿ ਚਲੋ ਕੁਝ ਸੋਨੇ ਦੀਆਂ ਚੀਜ਼ਾਂ ਦੇਣੀਆਂ ਕੋਈ ਵੱਡੀ ਗੱਲ ਨਹੀਂ, ਪਰ ਜੇ ਮਾਨ ਸਨਮਾਨ ਦੇ ਤੌਰ ਤੇ ਦੇਖਿਆ ਜਾਵੇ ਇਹ ਬਹੁਤ ਵੱਡੀ ਗੱਲ। ਸੁਖਵਿੰਦਰ ਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਸਨਮਾਨ ਤਾਂ ਚਲੋ ਇੱਕ ਛੋਟੀ ਜਿਹੀ ਗੱਲ ਆ, ਪਰ ਜਿਸ ਤਰੀਕੇ ਨਾਲ ਜਿਨ੍ਹਾਂ ਵਿਅਕਤੀਆਂ ਨੇ ਸਿੱਖ ਕਕਾਰਾਂ ਦੇ ਨਾਲ ਜਿਹੜੇ ਸੋਨੇ ਦੇ ਬਣੇ ਨੇ ਉਹ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਂ ਹੌਸਲਾ ਅਫਜ਼ਾਈ ਕੀਤੀ ਆ, ਕੁਦਰਤੀ ਤੌਰ ਤੇ ਇਹ ਗੱਲ ਨੂੰ ਭਾਵਨਾਵਾਂ ਇਹ ਸਾਹਮਣੇ ਪ੍ਰਗਟ ਹੁੰਦੀ ਹੈ ਕਿ ਲੋਕ ਕਿਸ ਤਰੀਕੇ ਨਾਲ ਹੱਕ ਤੇ ਸੱਚ ਦੀ ਆਵਾਜ਼ ਸੁਣਨ ਵਾਸਤੇ ਤੇ ਇਨਸਾਫ ਲੈਣ ਵਾਸਤੇ ਤਤਪਰ ਨੇ, ਤੇ ਲੋਕ ਇਹ ਗੱਲ ਚਾਹੁੰਦੇ ਨੇ ਕਿ ਕੋਈ ਵਾਕਿਆ ਹੀ ਅਸਲ ਤੱਥ, ਅਸਲ ਗੱਲ ਪੇਸ਼ ਕਰੇ, ਜਿਹੜੀ ਕੁੰਵਰ ਵਿਜੇ ਪ੍ਰਤਾਪ ਦੇ ਰੂਪ ਦੇ ਵਿੱਚ ਉਸ ਦਿਨ ਬਰਗਾੜੀ ਵਿਖੇ ਕੀਤੀ ਤਕਰੀਰ ਦੇ ਵਿੱਚ ਸਾਹਮਣੇ ਆਈ। ਸੁਖਵਿੰਦਰ ਜੀ, ਇਹ ਪਹਿਲਾ ਮੌਕਾ ਨਹੀਂ ਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਰਿਜ਼ਾਈਨ ਦਿੱਤਾ ਤੇ ਦਰਬਾਰ ਸਾਹਿਬ ਦੇ ਸਾਹਮਣੇ ਸੰਤ ਬਲਜੀਤ ਸਿੰਘ ਦਾਦੂਵਾਲ, ਮੈਨੂੰ ਜਦ ਤੱਕ ਯਾਦ ਆ, ਉਹਨਾਂ ਦੇ ਗਰੁੱਪ ਵੱਲੋਂ ਸੋਨੇ ਦਾ ਮੈਡਲ ਦੇ ਕੇ ਕੁੰਵਰ ਵਿਜੇ ਪ੍ਰਤਾਪ ਨੂੰ ਉੱਥੇ ਸਨਮਾਨਿਤ ਜਿਹੜਾ ਉਹ ਕੀਤਾ ਗਿਆ ਸੀ। ਤਾਂ ਉਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਉਸ ਵੇਲੇ ਅਸੀਂ ਕਹਿ ਸਕਦੇ ਕਿ ਸਿੱਖ ਜਥੇਬੰਦੀਆਂ ਨੇ ਕੁੰਵਰ ਵਿਜੇ ਪ੍ਰਤਾਪ ਦਾ ਸਵਾਗਤ ਇਸ ਕਰਕੇ ਜਾਂ ਹੌਸਲਾ ਅਫਜ਼ਾਈ ਜਾਂ ਸਨਮਾਨ ਤੇ ਇਸ ਕਰਕੇ ਕੀਤਾ ਸੀ ਕਿ ਇਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਤੋਂ ਬਾਅਦ ਇਨਸਾਫ ਲੈ ਰਹੇ ਜਿਹੜੇ ਨੌਜਵਾਨ ਜਿਹੜੇ ਮਾਰੇ ਗਏ ਸਨ, ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ, ਪੂਰਨ ਕਿਸੇ ਦਬਾਅ ਤੋਂ ਰਹਿਤ ਹੋ ਕੇ ਪੇਸ਼ ਕੀਤੀ, ਪਰ ਰਾਜਨੀਤਿਕ ਗਲਿਆਰਿਆਂ ਵਿੱਚ ਸ਼ਾਇਦ ਇਹਨਾਂ ਦੀ ਸੁਣੀ ਨਹੀਂ ਗਈ। ਤਾਂ ਫਿਰ ਵੀ ਇਸ ਬੰਦੇ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ IPS ਦੇ ਅਹੁਦੇ ਨੂੰ ਤਿਆਗ ਦਿੱਤਾ ਤੇ ਵਿਅਕਤੀ ਘਰ ਬੈਠ ਗਿਆ। ਤਾਂ ਉਹ ਸਨਮਾਨ ਜਿਹੜਾ ਉਸ ਵਕਤ ਸੀ, ਉਦੋਂ ਕਿ ਇਹਨਾਂ ਦੀ ਜਿਹੜੀ ਕਾਰਕਰਦਗੀ ਹੈ ਜਾਂ ਅਸੀਂ ਕਹਿ ਸਕਦੇ ਕਿ ਕਾਰਜਗੁਜ਼ਾਰੀ ਆ, ਜਿਸ ਨੂੰ ਸਿੱਖ ਸੰਗਤਾਂ ਨੇ ਸਨਮਾਨਿਤ ਕੀਤਾ।
ਤੇ ਜਿਹੜਾ ਅੱਜ ਇਹ ਮੈਡਲ ਜਿਹੜਾ ਉਹਨਾਂ ਨੂੰ ਸਿੱਖ ਕਾਰ ਜਿਹੜੇ ਨੇ ਜਿਹੜੇ ਸੋਨੇ ਦੇ ਬਣੇ ਨੇ ਇਹ ਉਹਨਾਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਾਫ਼ ਆ ਕਿ ਇਹ ਬਰਗਾੜੀ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਦੀ ਤਕਰੀਰ ਉਹਨਾਂ ਨੇ ਪੇਸ਼ ਕੀਤੀ, ਘੱਟ ਤੋਂ ਘੱਟ 1 ਘੰਟਾ ਪੂਰੇ ਤੱਥਾਂ ਦੇ ਨਾਲ ਔਰ ਵਕੀਲਾਂ ਨੂੰ ਪੂਰੇ ਨਾਲ ਆਪਣੇ ਕਰਕੇ ਇੱਕ ਤੱਥ ਜਿਹੜਾ ਸੀ ਉਹ ਪੇਸ਼ ਕੀਤਾ। ਸੁਖਵਿੰਦਰ ਜੀ, ਪੰਜਾਬ ਦੇ ਲੋਕ ਇਹੋ ਹੀ ਸੁਣਨਾ ਚਾਹੁੰਦੇ ਨੇ ਕਿ ਉਸ ਵਕਤ ਉਸ ਰਾਤ ਵਾਪਰਿਆ ਕੀ ਸੀ। ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਮੇਰੀ ਉਸ ਰਿਪੋਰਟ ਦੇ ਵਿੱਚ ਇੱਕ ਲਾਈਨ ਵੀ ਜੇਕਰ ਗਲਤ ਹੈਗੀ ਆ ਉਹ ਕੱਟ ਦੋ ਤਾਂ ਮੈਨੂੰ ਦੱਸ ਦਿਓ, ਮੈਂ ਘਰ ਬੈਠ ਜਾਵਾਂਗਾ, ਮੈਂ ਅਸਤੀਫਾ ਦੇ ਦਾਂਗਾ। ਤਾਂ ਇਹ ਗੱਲਾਂ ਬਿਲਕੁਲ ਉਹ ਵਿਅਕਤੀ ਕਰ ਸਕਦਾ ਜਿਹੜਾ ਵਿਅਕਤੀ ਕਿਸੇ ਚੀਜ਼ ਤੋਂ ਲੋਭ ਅਤੇ ਲਾਲਚ ਤੋਂ ਰਹਿਤ ਹੋਵੇ। ਤਾਂ ਸ਼ਾਇਦ ਫਿਰ ਇਹੋ ਹੀ ਗੱਲ ਆ ਕਿ ਨਾ ਤਾਂ ਕਦੀ ਉਹਨਾਂ ਨੇ ਮੌਜੂਦਾ ਕੁਰਸੀ ਦਾ ਮੋਹ ਕੀਤਾ ਤੇ ਨਾ ਹੀ IPS ਦੇ ਅਹੁਦੇ ਨੂੰ ਕਦੀ ਇੰਨਾ ਮਾਣ ਉਹ ਇੰਨੀ ਆਪਣੀ ਕਮਜ਼ੋਰੀ ਸਮਝੀ ਕਿ ਇਸ ਤੋਂ ਬਿਨਾਂ ਮੈਂ ਸ਼ਾਇਦ ਜੀ ਨਾ ਸਕਾਂ, ਇਸ ਤੋਂ ਬਿਨਾਂ ਸ਼ਾਇਦ ਮੈਂ ਸਰਵਾਈਵ ਨਾ ਕਰ ਸਕਾਂ। ਇਹ ਜਿਹੜੀਆਂ 2 ਚੀਜ਼ਾਂ ਨੇ ਸੁਖਵਿੰਦਰ ਜੀ, ਨੌਕਰੀ ਤੋਂ ਰਿਜ਼ਾਈਨ ਦੇਣਾ ਤੇ ਬਾਅਦ ਦੇ ਵਿੱਚ ਉਸ ਤੋਂ ਮਗਰੋਂ ਵੀ ਹੱਕ ਸੱਚ ਦੇ ਉੱਤੇ ਖਲੋ ਕੇ ਪਹਿਰਾ ਦੇਣਾ, ਸੁਖਵਿੰਦਰ ਜੀ ਇਹ ਅੰਦਰਲੀ ਕੋਈ ਸ਼ਕਤੀ ਹੁੰਦੀ ਆ ਜਿਹੜੀ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦੀ ਹੈ। ਬੰਦਾ ਕਿਤੇ ਨਾ ਕਿਤੇ ਕਮਜ਼ੋਰ ਡੋਲ ਜ਼ਰੂਰ ਜਾਂਦਾ, ਪਰ ਜੇਕਰ ਵਿਅਕਤੀ ਡੋਲਦਾ ਨਹੀਂ ਤਾਂ ਫਿਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਡੋਲਦਾ, ਤੇ ਜਦੋਂ ਨਹੀਂ ਡੋਲਦਾ ਤਾਂ ਫਿਰ ਇਹੋ ਜਿਹੇ ਸਨਮਾਨ ਤੁਹਾਡੇ ਅੱਗੇ ਪਿੱਛੇ ਹੁੰਦੇ ਨੇ ਜਿਹੋ ਜਿਹੇ ਸਨਮਾਨ ਹੁਣ ਕੰਵਰ ਵਿਜੇ ਪ੍ਰਤਾਪ ਨੂੰ ਮਿਲ ਰਹੇ ਆ। ਹੁਣ ਗੱਲ ਇੱਥੇ ਸਨਮਾਨਾਂ ਦੀ ਨਹੀਂ ਆ, ਗੱਲ ਇਹ ਹੈ ਕਿ ਜਿਹੜੀ ਲੜਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ, ਜਿਸ ਤਰ੍ਹਾਂ ਉਦੋਂ ਉਹਨਾਂ ਨੇ ਕਿਹਾ ਕਿ ਹੁਣ ਮੇਰੀ ਲੜਾਈ ਜਿਹੜੀ ਸਿੱਧੀ ਸੁਖਬੀਰ ਬਾਦਲ ਤੇ ਮੇਰੇ ਵਿਚਕਾਰ ਹੈਗੀ ਆ, ਹੁਣ ਮੈਂ ਇਨਸਾਫ ਲੈ ਕੇ ਦੱਸਾਂਗਾ। ਤਾਂ ਸੋ ਉਸ ਸੰਬੰਧ ਦੇ ਵਿੱਚ ਸੁਖਵਿੰਦਰ ਜੀ ਜਦੋਂ ਆਰ ਪਾਰ ਦੀ ਲੜਾਈ ਬੰਦਾ ਮਿਥ ਲੇ ਤਾਂ ਫਿਰ ਕੁਦਰਤੀ ਤੌਰ ਤੇ ਲੋਕਾਂ ਦਾ ਇੱਕ ਲੰਮਾ ਕਾਰਵਾਂ ਤੁਹਾਡੇ ਨਾਲ ਜੁੜਦਾ ਤੇ ਡਰ ਸੁਖਵਿੰਦਰ ਜੀ ਉਹਨਾਂ ਚਿਰ ਹੀ ਹੁੰਦਾ ਵਿਅਕਤੀ ਨੂੰ ਜਿੰਨਾ ਚਿਰ ਬੰਦਾ ਕਿਸੇ ਦੇ ਸਾਹਮਣੇ ਨਹੀਂ ਖਲੋਂਦਾ। ਜਦੋਂ ਸਾਹਮਣੇ ਆ ਗਏ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਉਹਦੇ ਨਾਲ ਕੌਣ ਆ ਜਾਂ ਉਹਦੇ ਨਾਲ ਕੌਣ ਆ, ਪਰ ਜਦੋਂ ਤੁਹਾਡੇ ਮਗਰ ਇੱਕ ਲੋਕਾਂ ਦਾ, ਉਹਨਾਂ ਲੋਕਾਂ ਦਾ ਜਿਹੜਾ ਇੱਕ ਇਨਸਾਫ ਦੀ ਭਾਲ ਵਿੱਚ, ਇਨਸਾਫ ਦੀ ਉਡੀਕ ਵਿੱਚ ਬੈਠੇ ਨੇ, ਉਹਨਾਂ ਲੋਕਾਂ ਦਾ ਤੁਹਾਡੇ ਮਗਰ ਇੱਕ ਲੰਮਾ ਕਾਫਲਾ ਹੋਵੇ, ਇੱਕ ਲੰਮਾ ਕਾਰਵਾਂ ਹੋਵੇ, ਤਾਂ ਸੁਖਵਿੰਦਰ ਜੀ ਫਿਰ ਅਸੀਂ ਬੜੇ ਬੜੇ ਤਖਤ ਦਿਖਦੇ ਵੇਖੇ ਆ, ਬੜੀਆਂ ਬੜੀਆਂ ਹਕੂਮਤਾਂ ਹਿਲਦੀਆਂ ਵੇਖੀਆਂ ਨੇ, ਹਕੂਮਤਾਂ ਡਿੱਗਦੀਆਂ ਵੇਖੀਆਂ ਨੇ, ਬੜੇ ਬੜੇ ਚਿਹਰੇ ਜਿਹੜੇ ਨੇ ਸਟੇਜ ਦੇ ਪਿੱਛੇ ਜਾਂਦੇ ਦੇਖੇ ਆ। ਸੋ ਇਹ ਜੋ ਸਨਮਾਨ ਆ ਸ਼ਾਇਦ ਕੰਵਰ ਵਿਜੇ ਪ੍ਰਤਾਪ ਦੀ ਉਸ ਕਾਰਜਕਾਰੀ ਨੂੰ ਹੈ ਜਿਹੜਾ ਉਸਨੇ ਬਿਨਾਂ ਕਿਸੇ ਲਾਲਚ ਤੋਂ ਰਹਿਤ ਹੋ ਕੇ ਉੱਥੇ ਪੇਸ਼ ਕੀਤਾ। ਬਾਕੀ ਸੁਖਵਿੰਦਰ ਜੀ ਅਸਲ ਸਨਮਾਨ ਤਾਂ ਜਦ ਤੱਕ ਮੈਂ ਸੋਚਣਾ ਜਿਹੜੀ ਅੰਦਰੂਨੀ ਖੁਸ਼ੀ ਕੰਵਰ ਵਿਜੇ ਪ੍ਰਤਾਪ ਨੂੰ ਸ਼ਾਇਦ ਉਦਣ ਹੋਊਗੀ ਜਿੱਦਣ ਇਹ ਸਾਰੇ ਘਟਨਾਵਾਂ ਦੇ ਦੋਸ਼ੀ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਹੋਣਗੇ। ਅਸਲ ਸਨਮਾਨ ਤਾਂ ਫਿਰ ਕੰਵਰ ਵਿਜੇ ਪ੍ਰਤਾਪ ਉਸ ਦਿਨ ਆਪਣੇ ਆਪ ਨੂੰ ਮਹਿਸੂਸ ਕਰਨਗੇ। ਜੀ ਬਿਲਕੁਲ। ਤਾਂ ਉਧਰ ਕਾਂਗਰਸ ਦੀ ਕੌਮੀ ਪ੍ਰਧਾਨਗੀ ਦੀ ਜਿਹੜੀ ਅੱਜ ਚੋਣ ਹੋ ਗਈ ਹੈ, ਅਣਖੀ ਸਾਹਿਬ ਕਿਵੇਂ ਦੇਖਦੇ ਹੋ ਇਸ ਪ੍ਰਧਾਨਗੀ ਦੀ ਚੋਣ ਨੂੰ? ਹਾਲਾਂਕਿ ਇਹ ਗੱਲ ਕਹੀ ਗਈ ਹੈ ਕਿ ਇਹ ਚੋਣ ਕਿਸੇ ਵੀ ਪੱਖਪਾਤੀ ਉਹ ਨਹੀਂ ਹੋਊਗੀ। ਪਹਿਲਾਂ ਵਿੱਚ ਦੀ ਖਬਰਾਂ ਲਗਾਤਾਰ ਇਲਜ਼ਾਮ ਲੱਗਦੇ ਰਹੇ ਹੈ ਕਿ ਖੜਗੇ ਦੀ ਹਾਈ ਕਮਾਨ ਜਿਹੜੀ ਹੈ, ਗਾਂਧੀ ਪਰਿਵਾਰ ਜਿਹੜਾ ਹੈ ਉਹ ਮਦਦ ਕਰ ਰਿਹਾ ਹੈ ਖੜਗੇ ਦੇ ਅੰਦਰ ਖਾਤੇ। ਸ਼ਸ਼ੀ ਥਰੂਰ ਹੋਣੀ ਵੀ ਇਹ ਗੱਲਾਂ ਕਹਿੰਦੇ ਰਹੇ ਆ, ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਨਹੀਂ ਗਾਂਧੀਆਂ ਦੀ ਗੱਲ ਕਹੀ, ਪਰ ਸਿੱਧੇ ਤੌਰ ਤੇ ਉਹ ਜ਼ਰੂਰ ਇਹ ਗੱਲਾਂ ਕਹਿੰਦੇ ਰਹੇ ਆ। ਔਰ ਅਣਖੀ ਸਾਹਿਬ ਜਿਹੜੇ ਆਪਣੇ ਭਰੋਸੇਯੋਗ ਸੂਤਰ ਨੇ ਜਾਂ MLA, ਸਾਬਕਾ MLA ਕਹਿ ਲਓ, ਜਾਂ ਫਿਰ ਜਿਨ੍ਹਾਂ ਦੀਆਂ ਕਹਿ ਦਓ ਕਿ ਵੋਟਾਂ ਬਣੀਆਂ ਨੇ ਇਸ ਚੋਣ ਦੇ ਲਈ, ਜਿਹੜੀਆਂ ਪਾਉਣ ਦੇ ਲਈ ਵੋਟਾਂ ਜਿਨ੍ਹਾਂ ਦੀਆਂ ਬਣੀਆਂ ਸੀ, ਉਹਨਾਂ ਨੇ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਇਹ ਗੱਲ ਕਹੀ ਹੈ ਕਿ ਸਾਨੂੰ ਸੁਨੇਹੇ ਜਿਹੜੇ ਉੱਪਰੋਂ ਲੱਗੇ ਆ ਕਿ ਵੋਟ ਜਿਹੜੀ ਆ ਉਹ ਖੜਗੇ ਨੂੰ ਪਾਉਣੀ ਹੈ। ਤੇ ਜੇ ਪੰਜਾਬ ਦੇ ਵਿੱਚ ਲੱਗੇ ਹੈ ਤੇ ਫਿਰ ਵੋਟ ਦੂਜੇ ਸੂਬਿਆਂ 'ਚ ਵੀ ਲੱਗੇ ਹੈ, ਔਰ ਜੇ ਦੂਜੇ ਸੂਬਿਆਂ ਦੇ ਵਿੱਚ ਵੀ ਲੱਗੇ ਹੈ ਇਹ ਤੋਂ ਭਾਵ ਹੈ ਕਿ ਖੜਗੇ ਪ੍ਰਧਾਨ ਬਣ ਰਹੇ ਆ। ਔਰ ਜੇ ਤੁਸੀਂ ਗਾਂਧੀਆਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਪ੍ਰਧਾਨ ਬਣਾਉਣਾ ਸੀ ਤਾਂ ਫਿਰ ਚੋਣ ਕਰਾਉਣ ਦੀ ਕੀ ਲੋੜ ਸੀ? ਫਿਰ ਸਿੱਧੇ ਤੌਰ ਤੇ ਹੀ ਜਿਹੜੀ ਆ ਉਹ ਪ੍ਰਧਾਨਗੀ ਉਹਨਾਂ ਨੂੰ ਦੇ ਦਿੰਦੇ। ਸੁਖਵਿੰਦਰ ਜੀ ਤੁਸੀਂ ਰਾਜਨੀਤੀ ਦੇ ਇਸ ਪਹਿਲੂ ਨੂੰ ਬੜਾ ਗੰਭੀਰਤਾ ਨਾਲ ਲੈ ਰਹੇ ਜੀ, ਬੜੀ ਹੈਰਾਨਗੀ ਦੇ ਨਾਲ ਲੈ ਰਹੇ ਜੀ। ਜਿਹੜੀ ਕੌਮੀ ਪੱਧਰ ਦੀ ਰਾਜਨੀਤੀ ਆ ਉਹਦੇ ਉੱਤੇ ਸੁਖਵਿੰਦਰ ਜੀ, ਇਹ ਤਾਂ ਪੰਜਾਬ, ਮੈਂ ਤੁਹਾਡੇ ਪ੍ਰਸ਼ਨ ਦਾ ਜਵਾਬ ਬਾਅਦ ਚ ਦੇਣਾ, ਇਹ ਤਾਂ ਪੰਜਾਬ 'ਚ ਆਮ ਵਰਤਾਰਾ ਵਾਪਰਦਾ ਰਿਹਾ ਸੁਖਵਿੰਦਰ ਜੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਆ, ਵੱਡੇ ਬਾਦਲ ਸਾਹਿਬ ਲਿਫਾਫਾ ਭੇਜਦੇ ਆ, ਲਿਫਾਫੇ 'ਚ ਪ੍ਰਧਾਨ ਦਾ ਨਾਮ ਨਿਕਲਦਾ, ਕਦੇ ਅਵਤਾਰ ਸਿੰਘ ਮੱਕੜ ਦਾ, ਕਦੇ ਕਿਸੇ ਦਾ ਜੈਕਾਰੇ ਬੁਲਾ ਦਿੱਤੇ ਜਾਂਦੇ ਆ ਤੇ ਮਗਰੋਂ ਕਹਿ ਦਿੱਤਾ ਜਾਂਦਾ ਕਿ ਹਾਂਜੀ ਵੀ ਇਹਦਾ ਨਾਮ ਦਾ ਮੈਂ ਮਤਾ ਪੇਸ਼ ਕਰਦਾ। ਸੁਖਵਿੰਦਰ ਜੀ, ਕੋਈ ਵੀ ਰਾਜਨੀਤਿਕ ਪਾਰਟੀ ਹੋਵੇ, ਕੋਈ ਵੀ ਰਾਜਨੀਤਿਕ ਆਗੂ ਹੋਵੇ, ਕਦੇ ਵੀ ਜਿਹੜਾ ਪਾਰਟੀ ਦੇ ਉੱਤੇ ਕਬਜ਼ਾ ਗਲਬਾ ਉਹ ਕਦੇ ਪਾਰਟੀ ਨੂੰ ਆਪਣਾ ਗਲਬੇ ਤੋਂ ਮੁਕਤ ਨਹੀਂ ਜੇ ਹੋਣ ਦਿੰਦਾ, ਚਾਹੇ ਉਹ ਮੁਲਾਇਮ ਸਿੰਘ ਯਾਦਵ ਨਹੀਂ ਹੋਣ, ਚਾਹੇ ਪ੍ਰਕਾਸ਼ ਸਿੰਘ ਬਾਦਲ ਨਹੀਂ ਹੋਣ, ਤੇ ਚਾਹੇ ਫਿਰ ਬੀਬੀ ਸੋਨੀਆ ਗਾਂਧੀ ਹੋਵੇ। ਇਹ ਇਦਾਂ ਹੀ ਚੱਲਣਾ। ਸੁਖਵਿੰਦਰ ਜੀ ਬੜਾ ਕੁਝ ਸ਼੍ਰੋਮਣੀ, ਮੈਂ ਐਵੇਂ ਮੇਰੀ ਗੱਲ ਦੂਜੇ ਪਾਸੇ ਚੱਲ ਜਾਂਦੀ, ਪਰ ਮੈਂ ਦੱਸਣਾ ਜ਼ਿਕਰ ਜ਼ਰੂਰ ਕਰਾਂਗਾ। ਸੁਖਵਿੰਦਰ ਜੀ, ਇੱਕ ਵਾਰੀ ਮੈਂ ਪ੍ਰਧਾਨਗੀ ਦੀ ਚੋਣ ਵੇਖੀ ਸੀ ਜਦੋਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਉਸ ਵਕਤ ਵੇਖਿਆ ਕਿ ਲੋਕਤੰਤਰੀ ਤਰੀਕੇ ਨਾਲ ਵੋਟਾਂ ਪੈਂਦੀਆਂ ਕਿਵੇਂ ਆ। ਉਹ ਲੋਕਤੰਤਰ ਤੋਂ ਬਾਅਦ ਫਿਰ ਘਾੜ ਹੀ ਹੋ ਗਿਆ, ਫਿਰ ਪ੍ਰਧਾਨ ਜਿਹੜੇ ਆ ਉਹ ਲਿਫਾਫਿਆਂ 'ਚ ਨਿਕਲਣ ਲੱਗ ਪਏ
ਤੇ ਜਿਸ ਤਰੀਕੇ ਦੀ ਸਥਿਤੀ ਤੁਸੀਂ ਕਾਂਗਰਸ ਦੀ ਕੌਮੀ ਪੱਧਰ ਦੀ ਬਿਆਨ ਕਰ ਰਹੇ ਜੇ, ਇਹ ਸੁਖਵਿੰਦਰ ਜੀ ਉਸੇ ਤਰੀਕੇ ਦੀ ਜਿਸ ਤਰ੍ਹਾਂ ਅੱਗੇ ਵੀ ਜ਼ਿਕਰ ਕੀਤਾ ਕਿ ਜਿਵੇਂ ਪ੍ਰਧਾਨ ਬਣਾਉਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਉਹ ਕਹਿ ਦੇਣ ਜੀ ਹਾਂਜੀ ਬਲਵਿੰਦਰ ਸਿੰਘ ਭੂੰਦੜ ਸਾਡੇ ਵੱਲੋਂ ਪ੍ਰਧਾਨ ਹੋਣਗੇ, ਜੋ ਬੋਲੇ ਸੋਣ ਹਾਲ ਸਤਿ ਸ੍ਰੀ ਅਕਾਲ ਜਾਂ ਮਤਾ ਪ੍ਰਵਾਨ ਕਰਕੇ ਕੰਮ ਖਤਮ। ਸੋ ਅਜਿਹੀ ਸਥਿਤੀ ਜਿਹੜੀ ਆ ਇੱਕ ਡਰਾਮਾ ਲੋਕਤੰਤਰ ਦੇ ਨਾਂ ਤੇ ਜਾਂ ਚੋਣਾਂ ਦੇ ਨਾਂ ਦੇ ਉੱਤੇ ਕੌਮੀ ਜਿਹੜੀ ਅਸੀਂ ਕਹਿ ਸਕਦੇ ਹਾਂ ਕੌਮੀ ਪਾਰਟੀ ਜਿਹੜੀ ਕਾਂਗਰਸ ਉਹ ਖੇਡਦੀ ਪਈ ਆ ਪ੍ਰਧਾਨਗੀ ਨੂੰ ਲੈ ਕੇ। ਇੱਕ ਪਾਸੇ ਮਲਕਾ ਰਾਜਨ ਖੜਗੇ ਆ, ਦੂਜੇ ਪਾਸੇ ਸ਼ਸ਼ੀ ਥਰੂਰ ਆ, ਤੇ ਦੋਵਾਂ ਭਾਈ ਕੋਈ ਵੀ ਆ ਜੇ ਮਾਫ ਕਰਦਾ ਜੇਕਰ ਮਲਕਾ ਰਾਜਨ ਖੜਗੇ ਹੀ ਆਉਣਗੇ ਤਾਂ ਇਹ ਤਾਂ ਮੀਨਸ ਕੀ ਪ੍ਰਧਾਨਗੀ ਜਿਹੜੀ ਆ ਅਸਲ ਸ਼ਕਤੀ ਜਿਹੜਾ ਰਿਮੋਟ ਕੰਟਰੋਲ ਆ ਬੀਬੀ ਸੋਨੀਆ ਗਾਂਧੀ ਕੋਲ ਉਸੇ ਤਰੀਕੇ ਨਾਲ ਰਹੇਗਾ ਜਿਸ ਤਰੀਕੇ ਨਾਲ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਪਰ ਅਸਲ ਜਿਹੜੀ ਆ ਸਰਕਾਰ ਜਿਹੜੀ ਸੀ ਬੀਬੀ ਸੋਨੀਆ ਗਾਂਧੀ ਦੇ ਹੱਥੋਂ ਜਿਹੜੀ ਚੱਲਦੀ ਰਹੀ ਹੈ। ਤੇ ਸੁਖਵਿੰਦਰ ਜੀ ਤੁਹਾਨੂੰ ਇਹ ਵੀ ਇੱਕ ਯਾਦ ਕਰਾਦਾ, ਮਲਕਾ ਰਾਜਨ ਖੜਗੇ ਪ੍ਰਧਾਨ ਤਾਂ ਜ਼ਰੂਰ ਬਣਨਗੇ ਪਰ ਰਹਿਣਗੇ ਉਹ ਬਿਲਕੁਲ ਨੱਪ ਕੇ ਰਾਹੁਲ ਗਾਂਧੀ ਦੇ। ਮੈਨੂੰ ਉਹ ਵੀ ਇੱਕ ਵਰਤਾਰਾ ਯਾਦ ਆਉਂਦਾ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇੱਕ ਮਤਾ ਪੇਸ਼ ਕਰਕੇ ਭੇਜਿਆ ਤੇ ਪ੍ਰੈਸ ਦੇ ਸਾਹਮਣੇ ਚੱਲਦੇ ਟੀਵੀ ਚੈਨਲਾਂ ਦੇ ਸਾਹਮਣੇ ਰਾਹੁਲ ਗਾਂਧੀ ਉਸ ਵੇਲੇ ਸੱਤਾ ਦੇ ਨਕਸ਼ੇ ਦੇ ਵਿੱਚ ਇੰਨਾ ਮਜਬੂਰ ਸੀ ਕਿ ਉਹਨੇ ਉਹ ਪ੍ਰਧਾਨ ਮੰਤਰੀ ਦਾ ਜਿਹੜਾ ਮਤਾ ਸੀ ਉਹ ਪਾੜ ਕੇ ਚਾਰ ਟੋਕਰੀ 'ਚ ਸੁੱਟ ਦਿੱਤਾ ਸੀ। ਸ਼ਾਇਦ ਉਸ ਵਕਤ ਉਹਦਾ ਘਾਣ ਹੋ ਗਿਆ। ਆਪਣੇ ਰਾਹੁਲ ਗਾਂਧੀ ਦੀ ਰਾਜਨੀਤੀ ਦਾ ਉਹ ਘਾਣ ਦੀ ਸ਼ੁਰੂਆਤ ਸੀ, ਪਤਨ ਦੀ ਸ਼ੁਰੂਆਤ ਸੀ। ਤਾਂ ਖੈਰ ਜਿਹੜਾ ਹੁਣ ਜਿਸ ਤਰੀਕੇ ਨਾਲ ਤੁਸੀਂ ਸਥਿਤੀਆਂ ਬਿਆਨ ਕੀਤੀਆਂ ਕਿ ਉੱਤੋਂ ਸੰਦੇਸ਼ ਦੇ ਦਿੱਤਾ ਗਿਆ ਗੁਪਤ ਰੂਪ ਦੇ ਵਿੱਚ, ਗੁਪਤ ਰੂਪ 'ਚ ਕਾਹਨੂੰ ਕਹਿਣਾ, ਸਿੱਧਾ ਹੀ ਕਹਿ ਦੋ, ਸਿੱਧਾ ਸੰਦੇਸ਼ ਦੇ ਦਿੱਤਾ ਗਿਆ ਕਿ ਮਲਕਾ ਰਾਜਨ ਖੜਗੇ ਨੂੰ ਵੋਟਾਂ ਪਾਉਣੀਆਂ ਨੇ। ਗੱਲ ਇਹ ਵੀ ਹੈ, ਪਤਾ ਇਹ ਵੀ ਲੱਗਿਆ ਕਿ ਬਹੁਤੇ ਲੋਕ ਇਹ ਚਾਹੁੰਦੇ ਸੀਗੇ ਕਿ ਜੇ ਗਾਂਧੀਆਂ ਦੇ ਪ੍ਰਭਾਵ ਵਾਲਾ ਹੀ ਪ੍ਰਧਾਨ ਬਣਨਾ ਹੈ ਤਾਂ ਫਿਰ ਇਹ ਬਦਲਾਵ ਇਹਦੇ ਵਿੱਚ ਕੀ ਆਉਣਾ, ਪਰ ਫਿਰ ਵੀ ਰਾਜਾ ਵੜਿੰਗ ਹੋਰਾਂ ਨੇ ਵੀ ਕੁਝ ਆਪਣੇ ਵੱਲੋਂ ਸੁਨੇਹੇ ਦਿੱਤੇ ਕਿਉਂਕਿ ਹਾਈ ਕਮਾਨ ਦਾ ਸੁਨੇਹਾ ਆਇਆ। ਬਹੁਤੇ ਲੋਕ ਇਹ ਗੱਲ ਦੱਸ ਰਹੇ ਆ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਪਰ, ਔਰ ਬਹੁਤੇ ਲੋਕਾਂ ਨੇ ਕਹਿੰਦੇ ਫਿਰ ਵੀ ਬਦਲਾਵ ਦੇ ਰੂਪ ਦੇ ਵਿੱਚ ਕੁਝ ਲੋਕਾਂ ਨੇ ਜਿਹੜੀ ਆ ਵੋਟ ਉਹ ਪਾਈ ਹੈ ਆਪਣੇ ਸ਼ਸ਼ੀ ਥਰੂਰ ਜੀ ਨੂੰ, ਔਰ ਜੀ ਤੋਂ ਸਾਫ਼ ਹੈ ਕਿ ਫਿਰ ਰਾਜਾ ਵੜਿੰਗ ਨੂੰ ਝਟਕਾ ਵੀ ਲੱਗਿਆ ਹੋਏਗਾ ਕਿਉਂਕਿ ਰਾਜਾ ਵੜਿੰਗ ਹੋਣਾ ਨੇ ਜੇ ਹਾਈ ਕਮਾਨ ਨੇ ਇਹ ਗੱਲ ਕਹੀ ਹੋਵੇ ਕਿ ਮਲਕਾ ਰਾਜਨ ਖੜਗੇ ਨੂੰ ਵੋਟ ਪਾਉਣੀ ਹੈ ਤੇ ਜੇ ਫਿਰ ਵੀ ਵੋਟਾਂ ਜਿਹੜੀਆਂ ਕਾਫੀ ਗਿਣਤੀ ਦੇ ਵਿੱਚ ਕਹਿ ਲਓ ਜਾਂ ਫਿਰ ਕੁਝ ਗਿਣਤੀ ਦੇ ਵਿੱਚ ਕਹਿ ਲਓ, ਜੇ ਫਿਰ ਵੀ ਵੋਟਾਂ ਪੈ ਜਾਂਦੀਆਂ ਨੇ ਸ਼ਸ਼ੀ ਥਰੂਰ ਨੂੰ ਤਾਂ ਰਾਜਾ ਵੜਿੰਗ ਲਈ ਤਾਂ ਫਿਰ ਝਟਕਾ ਹੀ ਹੈ ਨਾ। ਸੁਖਵਿੰਦਰ ਜੀ ਰਾਜਾ ਵੜਿੰਗ ਨੂੰ ਤਾਂ ਝਟਕਾ ਦਾ ਝਟਕਾ ਬੀਤੇ ਦੌਰ ਤੋਂ ਲੱਗਦਾ ਹੀ ਪਿਆ, ਪਰ ਇਹ ਝਟਕਾ ਫਿਰ ਬਹੁਤ ਵੱਡਾ ਝਟਕਾ ਹੋਵੇਗਾ। ਝਟਕਾ ਇਸ ਕਰਕੇ ਵੱਡਾ ਹੋਵੇਗਾ ਕਿਉਂਕਿ ਇੱਕ ਪਾਸੇ ਦਾ ਹਾਈ ਕਮਾਨ ਦੇ ਹੁਕਮਾਂ ਦੇ ਤਹਿਤ ਕਿ ਜਿਹੜੀ ਵੋਟ ਆ ਉਹ ਮਲਕਾ ਰਾਜਨ ਨੂੰ ਖੜਗੇ ਨੂੰ ਜਿਤਾਉਣਾ ਆ, ਪ੍ਰਧਾਨ ਬਣਾਉਣਾ, ਤੇ ਰਾਜੇ ਵੜਿੰਗ ਨੇ ਵੀ ਆਪਣੇ ਵੱਲੋਂ ਨਿਰਦੇਸ਼ ਜਿਹੜੇ ਜਾਰੀ ਕਰ ਦਿੱਤੇ ਹੋਣ ਕਿ ਇਹਨਾਂ ਨੂੰ ਪਾਉਣਾ, ਤੇ ਦੂਜੇ ਪਾਸੇ ਫਿਰ ਕ੍ਰਾਸ ਵੋਟਿੰਗ ਅਗਰ ਹੋ ਜਾਂਦੀ ਆ ਤਾਂ ਕੁਦਰਤੀ ਤੌਰ ਤੇ ਫਿਰ ਤਾਂ ਸੰਘਾਸਨ ਜਿਹੜਾ ਉਹ ਆਪਣਾ ਡੋਲਿਆ ਹੀ ਸਮਝਣ। ਫਿਰ ਤਾਂ ਇਹ ਹੈ ਕਿ ਰਾਜਾ ਵੜਿੰਗ ਆਪਣੀ ਕੁਰਸੀ ਨੂੰ ਕਿੰਨਾ ਸਮੇਂ ਤੱਕ ਬਚਾ ਸਕਦੇ। ਅਸਲ 'ਚ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਸੁਖਵਿੰਦਰ ਜੀ ਕਾਂਗਰਸ ਦੇ ਪ੍ਰਧਾਨਗੀ, ਜਿਹੜੇ ਜਿੱਥੇ ਵੀ ਪ੍ਰਧਾਨ ਕਾਂਗਰਸ ਦੇ ਹੋਣਗੇ ਉਹਨਾਂ ਦੀ ਕੋਸ਼ਿਸ਼ ਇਹ ਹੋਊਗੀ ਕਿ ਆਪਣੀ ਪ੍ਰਧਾਨਗੀ ਨੂੰ ਬਚਾਇਆ ਜਾਵੇ, ਤੇ ਆਪਣੀ ਪ੍ਰਧਾਨਗੀ ਤਾਂ ਹੀ ਬਚਣੀ ਆ ਜੇ ਮਲਕਾ ਰਾਜਨ ਖੜਗੇ ਉੱਤੇ ਜਿੱਤਣਗੇ ਕਿਉਂਕਿ ਸ਼ਸ਼ੀ ਥਰੂਰ ਦਾ ਇਸ ਵੇਲੇ ਧੜਾ ਜਿਹੜਾ ਉਹ ਸੁਖਵਿੰਦਰ ਜੀ ਅਜੇ ਉਹਨਾਂ ਪਾਵਰਫੁਲ ਨਹੀਂ ਹੈਗਾ। ਹਾਲਾਂਕਿ ਸ਼ਸ਼ੀ ਥਰੂਰ ਦੀ ਇੱਕ ਸਟੇਟਮੈਂਟ ਮੈਨੂੰ ਉਹ ਵੀ ਯਾਦ ਆ ਕਿ 4 ਦਿਨ ਪਹਿਲਾਂ ਮੈਂ ਇੰਟਰਵਿਊ ਦੇਖ ਰਿਹਾ ਸਾਂ, ਉਹਨਾਂ ਨੇ ਇਹ ਗੱਲ ਕਹੀ ਕਿ ਗਾਂਧੀ ਪਰਿਵਾਰ ਨੂੰ ਕਾਂਗਰਸ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ, ਕਾਂਗਰਸ ਦਾ ਜਿਹੜਾ DNA ਆ ਉਹ ਗਾਂਧੀ ਪਰਿਵਾਰ ਹੈ। ਇਹ ਵੀ ਸਟੇਟਮੈਂਟ ਆਈ ਸੀ ਕਿਸੇ ਤਰੀਕੇ ਦੇ ਨਾਲ ਸ਼ਸ਼ੀ ਥਰੂਰ ਨੇ ਵੀ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਪੁਰਾਣੇ ਪ੍ਰਧਾਨਾਂ ਨੂੰ ਜਾਂ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦਾ ਇੱਕ ਸੰਦੇਸ਼ ਜਿਹੜਾ ਕੀਤਾ, ਪਰ ਸ਼ਸ਼ੀ ਥਰੂਰ ਫਿਰ ਵੀ ਇੰਟੈਕਚੁਅਲ ਪਰਸਨੈਲਿਟੀ ਇੰਟਰਨੈਸ਼ਨਲ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਤੇ ਲੋਕ ਉਸ ਨੂੰ ਜਾਣਦੇ ਆ, ਪੜ੍ਹੇ ਲਿਖੇ ਦੋਸਤ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਕਾਂਗਰਸ ਕਦੇ ਵੀ ਉਹਨੂੰ ਅੱਗੇ ਨਹੀਂ ਆਉਣ ਦਊਗੀ। ਜਿਵੇਂ ਪੰਜਾਬ ਦੇ ਵਿੱਚ ਵੀ ਫਿਰ ਤੁਸੀਂ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੀ ਵੀ ਇਹੋ ਪੋਜੀਸ਼ਨ ਹੈ ਕਿ ਜਿਹੜਾ ਕੋਈ ਚੰਗਾ ਬੰਦਾ ਉਹਨੂੰ ਅੱਗੇ ਨਹੀਂ ਆਉਣ ਦੇਣਾ, ਉਹਨੂੰ ਪਿੱਛੇ ਰੱਖੋ ਕਿਉਂਕਿ ਜੇ ਇਹ ਅੱਗੇ ਆ ਗਿਆ ਤੇ ਇਹਨੇ ਸਾਡਾ ਜੀਣਾ ਹਰਾਮ ਕਰਤਾ, ਚਾਹੇ ਉਹ ਕਬਰ ਵਿਜੇ ਪ੍ਰਤਾਪ ਸਿੰਘ ਹੋਵੇ, ਚਾਹੇ ਅਕਾਲੀ ਦਲ ਤੇ ਮਨਪ੍ਰੀਤ ਐਲੀ ਹੋਣ, ਜਾਂ ਕੋਈ ਵੀ ਇਹੋ ਜਿਹੇ ਬੰਦੇ ਹੋਣ ਜਿਹੜੇ ਵਾਕਈ ਵਾਸਟ ਹੁੰਦੇ ਨੇ। ਪ੍ਰਧਾਨ ਕਦੇ ਪਾਰਟੀਆਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਸਾਹਮਣੇ ਕੋਈ ਪ੍ਰਧਾਨ ਅਜਿਹਾ ਆਵੇ ਜਾਂ ਵਰਕਰ ਜਿਹਾ ਆਵੇ ਕੱਲ ਨੂੰ ਜਿਹੜਾ ਉਹੀ ਅੱਖਾਂ ਕੱਢ ਕੇ ਵਿਖਾਏ। ਮਲਕਾ ਰਾਜਨ ਖੜਗੇ ਦਾ ਪੁਰਾਣਾ ਇਤਿਹਾਸ ਜਿਹੜਾ ਉਹਨਾਂ ਨਾਲ ਸੰਬੰਧਿਤ ਹੈਗਾ, ਠੀਕ ਹੈ, ਉਹਨਾਂ ਨੂੰ ਇਹੋ ਬੰਦਾ ਯੋਗ ਲੱਗਣਾ, ਇਹਦੇ ਆਧਾਰ ਤੇ ਹੀ ਵੋਟਾਂ ਪੈਣੀਆਂ ਨੇ। ਜੋ ਸੰਦੇਸ਼ ਦੇ ਦਿੱਤੇ ਆ, ਗੱਲ ਲਿਫਾਫੇ ਚੋਂ ਨਿਕਲੇ ਪ੍ਰਧਾਨ ਦੀ ਹੋਵੇ ਜਾਂ ਗੱਲ ਜ਼ਬਾਨੀ ਸੰਦੇਸ਼ਾਂ ਦੀ ਹੋਵੇ ਤੇ ਜ਼ਬਾਨੀ ਹੁਕਮਾਂ ਦੀ ਹੋਵੇ, ਬਣਨਾ ਉਹੀ ਹੈ ਜੋ ਹਾਈ ਕਮਾਨ ਨੂੰ ਪਸੰਦ ਹੋਵੇਗਾ। ਪਰ ਇਹ ਇੱਕ ਲੋਕਤੰਤਰੀ ਚੋਣ ਪ੍ਰਕਿਰਿਆ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗੇਗਾ। ਬਾਕੀ ਇਹ ਜੇਕਰ ਕ੍ਰਾਸ ਵੋਟਿੰਗ ਪੰਜਾਬ 'ਚ ਹੁੰਦੀ ਆ ਤਾਂ ਹੋਵੇਗੀ ਵੀ ਜ਼ਰੂਰ, ਕਿਉਂਕਿ ਇੱਕ ਪਾਸੇ ਤਾਂ ਉਹ ਆ ਇੱਕ ਪਾਸੇ ਉਹ ਆ, ਤੇ ਰਾਜਾ ਵੜਿੰਗ ਨੂੰ ਫਿਰ ਹੋ ਸਕਦਾ ਕਿ ਆਉਂਦਿਆਂ ਦਿਨਾਂ 'ਚ ਵੱਡਾ ਝਟਕਾ ਉਹਨਾਂ ਨੂੰ ਇਸ ਪਦ ਤੋਂ ਹਟਾ ਕੇ ਲੱਗੇ। ਤਾਂ ਮੰਨ ਲਓ ਸੁਖਵਿੰਦਰ ਜੀ ਕੱਲ ਨੂੰ ਜੇਕਰ ਸ਼ਸ਼ੀ ਥਰੂਰ ਪ੍ਰਧਾਨ ਬਣ ਜਾਂਦਾ ਤਾਂ ਫਿਰ ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ, ਇਹ ਵੀ ਵੇਖਣ ਵਾਲੀ ਜਿਹੜੀ ਗੱਲ ਹੋਗੀ। ਹਾਲਾਂਕਿ ਸੰਭਾਵਨਾ ਨਹੀਂ ਆ, ਪਰ ਹਾਈਪੋਥੀਸਿਸ ਸਰਜਨ 'ਚ ਕੋਈ ਹਰਜ ਨਹੀਂ ਹੁੰਦਾ। ਮੰਨ ਲਓ ਕਿ ਜੇਕਰ ਕੱਲ ਨੂੰ ਸ਼ਸ਼ੀ ਥਰੂਰ ਬਣਦਾ ਤੇ ਫਿਰ ਸਥਿਤੀਆਂ ਜਿਹੜੀਆਂ ਕਾਂਗਰਸ ਦੀਆਂ ਕਿਹੋ ਜਿਹੀਆਂ ਹੋਣਗੀਆਂ। ਜੀ
ਬਿਲਕੁਲ ਬਿਲकुल। ਤਾਂ ਅਣਖੀ ਸਾਹਿਬ ਉਧਰ ਆਪਾਂ ਅਗਲੀ ਖਬਰ ਵੀ ਜਿਹੜੀ ਹੈ ਉਹ ਲੈ ਆਉਂਦੇ ਆ ਧਿਆਨ ਦੇ ਵਿੱਚ ਲੋਕਾਂ ਦੇ, ਔਰ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ, ਚਾਹੇ ਉਹ ਅਮਰਪਾਲ ਦੇ ਬਿਆਨ ਤੋਂ ਬਾਅਦ ਈਸਾਈ ਭਾਈਚਾਰੇ ਨੇ ਜਿਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ, ਉਹ ਹਾਲਾਂਕਿ ਚਲੋ ਬਹੁਤਾ ਮਾਹੌਲ ਖਰਾਬ ਹੁੰਦਾ ਹੁੰਦਾ ਰਹਿ ਗਿਆ, ਬਚ ਜਾਣਾ ਚਾਹੀਦਾ ਔਰ ਜੋ ਬਚਣਾ ਵੀ ਚਾਹੀਦਾ ਹੈ। ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਹ ਬਣੀ ਰਹਿਣੀ ਚਾਹੀਦੀ ਹੈ, ਪਰ ਫਿਰ ਵੀ ਜੋ ਡਰ ਮਾਹੌਲ ਜੋ ਬਣਿਆ ਹੋਇਆ ਹੈ, ਔਰ ਨਾਲ ਹੀ ਨਾਲ ਜੇ ਆਪਾਂ ਗੱਲਬਾਤ ਹੋਰਨਾਂ ਮਸਲਿਆਂ ਤੇ ਵੀ ਕਰੀਏ ਅਣਖੀ ਸਾਹਿਬ, ਪੰਜਾਬ ਦੀ ਜੋ ਇਸ ਵਕਤ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਜਾਂ ਪਰਾਲੀ ਦੇ ਮੁੱਦੇ ਤੇ ਗੱਲਬਾਤ ਚੱਲ ਰਹੀ ਹੈ, ਜਾਂ ਹੋਰ ਬਹੁਤ ਸਾਰੇ ਅਹਿਮ ਮਸਲੇ ਜਿਹੜੇ ਹੈਗੇ ਆ, ਪਰ ਭਗਵੰਤ ਮਾਨ ਜੀ ਜਿਹੜੇ ਆ ਉਹ ਪਹੁੰਚੇ ਹੋਏ ਆ ਸਿਰਫ ਪ੍ਰਚਾਰ ਕਰਨ ਦੇ ਲਈ ਹੀ, ਤੇ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਛੱਡ ਕੇ ਭੱਜੇ ਹੋਏ ਆ। ਕਿਵੇਂ ਦੇਖਦੇ ਹੋ ਅਣਖੀ ਸਾਹਿਬ ਇਸ ਚੀਜ਼ ਨੂੰ? ਮੁੱਖ ਮੰਤਰੀ ਗੈਰ ਹਾਜ਼ਰ ਨੇ, ਨਵੇਂ ਮੁੱਖ ਮੰਤਰੀ ਨੇ, ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਨੇ, ਪਰ ਜੋ ਰੰਗਲਾ ਪੰਜਾਬ ਖੂਨ ਵਹਿ ਰਿਹਾ ਪੰਜਾਬ ਦੇ ਅੰਦਰ, ਜਿਸ ਤਰੀਕੇ ਦੇ ਨਾਲ ਕਿਤੇ ਮਰਡਰ ਹੋ ਜਾਂਦਾ, ਕਿਤੇ ਕਤਲ ਹੋ ਜਾਂਦਾ, ਕਿਤੇ ਆਤਮ ਹੱਤਿਆ ਹੋ ਜਾਂਦੀ ਹੈ, ਕਿਤੇ ਕੀ ਹੋ ਜਾਂਦਾ, ਕਿਤੇ ਕੀ ਹੋ ਜਾਂਦਾ, ਕਿਤੇ ਹਮਲਾ ਹੋ ਜਾਂਦਾ, ਜੋ ਹਾਲਾਤ ਜਿਹੜੇ ਬਣ ਰਹੇ ਇਸ ਵਕਤ, ਜਿਸ ਤਰੀਕੇ ਦਾ ਮਾਹੌਲ ਜਿਹੜਾ ਪੰਜਾਬ ਦੇ ਅੰਦਰ ਸਿਰਜਿਆ ਜਾ ਰਿਹਾ ਜਾਂ ਸਿਰਜਣ ਦੀ ਕੋਸ਼ਿਸ਼ ਹੈ, ਉਹਨੂੰ ਅੱਖੋਂ ਪਰੋਖੇ ਕਰਕੇ ਮੁੱਖ ਮੰਤਰੀ ਸਾਹਿਬ ਗੁਜਰਾਤ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ। ਹੁਣ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕ ਟਰੋਲ ਕਰਨ ਲੱਗੇ ਕਿ ਮਾਨ ਸਾਹਿਬ ਇੱਥੇ ਤਾਂ ਪਹਿਲਾਂ ਹੀ ਬਹੁਤ ਕੁਝ ਠੀਕ ਹੈ, ਇੱਥੇ ਪੰਜਾਬ ਆ ਕੇ ਸਾਂਭੋ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ, ਮਾਨ ਸਾਹਿਬ ਦੇ ਸੈਕਸ਼ਨ? ਸੁਖਵਿੰਦਰ ਜੀ, ਬੜੀ ਹੈਰਾਨਗੀ ਦੀ ਗੱਲ ਆ ਕਿ ਅਜੇ ਤੱਕ ਗੁਜਰਾਤ ਦੇ ਵਿੱਚ ਚੋਣਾਂ ਦਾ ਐਲਾਨ ਨਹੀਂ ਜੇ ਹੋਇਆ, ਤੇ ਮੁੱਖ ਮੰਤਰੀ ਸਾਹਿਬ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉੱਥੇ ਜਾ ਕੇ ਬਹਿ ਗਏ ਆ, ਨਾਲ ਅਰਵਿੰਦ ਕੇਜਰੀਵਾਲ ਬੈਠੇ ਨੇ। ਤੁਸੀਂ ਇੱਕ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਕੀਤੀ, ਤੁਸੀਂ ਅੰਮ੍ਰਿਤਪਾਲ ਸਿੰਘ ਦਾ ਵਿਸ਼ਾ ਤੁਸੀਂ ਛੱਡ ਦਿਓ। ਪੰਜਾਬ ਦੇ ਵਿੱਚ ਕਿਸਾਨ ਭਗਵੰਤ ਮਾਨ ਦੇ ਬੂਹੇ ਅੱਗੇ ਧਰਨਾ ਲਾ ਕੇ ਬੈਠੇ ਆ, ਉਹਨਾਂ ਦੀ ਨਹੀਂ ਕੋਈ ਸੁਣੀ ਜਾ ਰਹੀ। ਟੈਂਕੀਆਂ ਤੇ ਜਿਹੜੇ ਇੱਕ ਹੈਗਾ ਅਧਿਆਪਕ, ਉਹ ਕਹਿੰਦਾ ਮੈਂ ਆਪਣਾ ਜਨਮ ਦਿਨ ਉੱਥੇ ਦੀ ਮਿਲਾਉਣਾ, ਟੈਂਕੀ ਤੇ ਹੀ ਮਿਲਾਉਣਾ। ਦੂਸਰੇ ਪਾਸੇ ਸੁਖਵਿੰਦਰ ਜੀ, ਕਈ ਇਹੋ ਜਿਹੇ ਮਸਲੇ ਨੇ ਜਿਹੜੇ ਮਸਲੇ ਤੁਸੀਂ ਗਿਣਾਏ ਨੇ, ਤੇ ਇਸ ਵੇਲੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਲੋੜ ਆ ਬੁਨਿਆਦੀ ਤੌਰ ਤੇ ਪੰਜਾਬ ਦੇ ਵਿੱਚ ਰਹਿਣ ਦੀ ਆ, ਜੇਕਰ ਤੁਸੀਂ ਪੰਜਾਬ ਨੂੰ ਹੀ ਛੱਡ ਕੇ ਚਲੇ ਗਏ ਤਾਂ ਫਿਰ ਕੁਦਰਤੀ ਤੌਰ ਤੇ ਪੰਜਾਬ ਦੇ ਵਿੱਚ ਖੋਰਾ ਲੱਗੇਗਾ। ਤੁਸੀਂ ਗੁਜਰਾਤ ਜਿੱਤਦੇ ਕਿਤੇ ਪੰਜਾਬ ਨਾ ਗਵਾ ਬੈਣ ਮੁੱਖ ਮੰਤਰੀ ਸਾਹਿਬ, ਜਿੱਦਾਂ ਦੀਆਂ ਸਥਿਤੀਆਂ ਬੜੀਆਂ ਨੇ, ਜਾਂ ਵਿਰੋਧੀ ਧਿਰ ਉਹਨਾਂ ਨੂੰ ਘੇਰਦੀ ਵੀ ਪਈ ਆ। ਸੁਖਵਿੰਦਰ ਜੀ, ਵਿਰੋਧੀ ਧਿਰ ਦੀ ਵੀ ਆਪਾਂ ਭੂਮਿਕਾ ਛੱਡ ਦਈਏ, ਜੇਕਰ ਅਸੀਂ ਆਮ ਨਾਗਰਿਕ ਜਾਂ ਬਤੌਰ ਪੱਤਰਕਾਰੀ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਸੁਖਵਿੰਦਰ ਜੀ, ਕਿਸੇ ਵੀ ਹੱਦ ਤੱਕ ਇਹ ਜਾਇਜ਼ ਨਹੀਂ ਹੈ ਕਿ ਤੁਸੀਂ ਅਜੇ ਵੋਟਾਂ ਚੋਣਾਂ ਪਈਆਂ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੁਸੀਂ ਪਹਿਲਾਂ ਹੀ ਪੰਜਾਬ ਨੂੰ ਛੱਡ ਕੇ ਉੱਥੇ ਜਾ ਕੇ ਡੇਰੇ ਲਾ ਕੇ ਬੈਠ ਗਏ ਜੇ। ਤਾਂ ਇਸ ਪਾਸੇ ਦੂਜੇ ਪਾਸੇ ਪੰਜਾਬ ਦੇ ਹਾਲਾਤ, ਖਾਸ ਤੌਰ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿਨ ਬ ਦਿਨ ਵਿਗੜਦੇ ਪਏ ਆ। ਤਾਂ ਕੱਲ ਨੂੰ ਜੇਕਰ ਫਿਰ ਇਹ ਗੱਲ ਕਵੇ ਕਿ ਸਾਨੂੰ ਵਿਰੋਧੀ ਨਹੀਂ ਚੱਲਣ ਦਿੰਦੇ, ਦੇਖੋ ਵਿਰੋਧੀਆਂ ਨੇ ਤਾਂ ਕਦੇ ਵੀ ਨਹੀਂ ਚੱਲਣ ਦੇਣਾ। ਤਾਂ ਘੱਟ ਤੋਂ ਘੱਟ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਪਛਾਣੋ। ਤੁਸੀਂ ਆਪਣੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਫਤਵਾ ਦੇ ਕੇ 92 ਸੀਟਾਂ ਦੇ ਕੇ ਤੁਹਾਨੂੰ ਪੰਜਾਬ ਦੇ ਰਾਜ ਭਾਗ ਦੀ ਚਾਬੀ ਸੌਂਪੀ ਆ, ਘੱਟੋ ਘੱਟ ਉਹਨਾਂ ਦੇ ਹਿੱਤਾਂ ਦੀ ਤਾਂ ਰਾਖੀ ਕਰੋ। ਜਿੱਥੇ ਗੁਜਰਾਤ ਦੀਆਂ ਗੱਲਾਂ ਫੇਰ ਹੁੰਦੀਆਂ ਰਹਿਣਗੀਆਂ, ਪਰ ਸ਼ਾਇਦ ਭਗਵੰਤ ਮਾਨ ਉਸ ਬੇਬਸੀ ਦਾ ਸ਼ਿਕਾਰ ਦੇ ਕੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਬੋਲ ਹੀ ਨਹੀਂ ਸਕਦੇ। ਅਰਵਿੰਦ ਕੇਜਰੀਵਾਲ ਵੀ ਇਹੋ ਚਾਹੁੰਦੇ ਨੇ ਕਿ ਦੋ ਮੁੱਖ ਮੰਤਰੀ ਗੁਜਰਾਤ ਦੇ ਵਿੱਚ ਤੁਰ ਫੇਰੇ ਆ ਤਾਂ ਉੱਥੋਂ ਤੱਕ ਆਉਣਗੇ। ਬਾਕੀ ਸੁਖਵਿੰਦਰ ਜੀ, ਮਸਲੇ ਇਹ ਜਿਹੜਾ ਅੱਜ ਦਾ ਜਲੰਧਰ ਦਾ ਮਸਲਾ, ਜਾਂ ਦੂਜੇ ਪਾਸੇ ਉਗਰਾਹਾਂ ਗਰੁੱਪ ਦਾ ਜਿਹੜਾ ਧਰਨਾ ਜਿਹੜਾ ਉੱਥੇ ਚੱਲਦਾ ਪਿਆ, ਪਰਾਲੀ ਨੂੰ ਲੈ ਕੇ ਮੁੱਦੇ ਨੇ, ਦੂਜੇ ਪਾਸੇ ਕਈ ਮੁੱਦੇ ਅਜਿਹੇ ਨੇ ਜਿਹੜੇ ਚੱਲਦੇ ਪਏ ਨੇ ਤੇ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਹੋਣਾ ਦਾ ਆਉਣਾ ਸਾਹਮਣੇ ਆਣ ਕੇ ਗੱਲਬਾਤ ਕਰਨੀ ਪਏਗੀ ਔਰ ਲੋਕਾਂ ਨੂੰ ਭਰੋਸਾ ਦੇਣਾ ਪਏਗਾ। ਬਾਕੀ ਜੇ ਨਹੀਂ ਤਾਂ ਸੁਖਵਿੰਦਰ ਜੀ, ਫਿਰ ਉਹੀ ਲੋਕੀ ਕਹਿਣਗੇ ਕਿ ਇੱਕ ਮੁੱਖ ਮੰਤਰੀ 4.5 ਸਾਲ ਮਹਿਲਾ ਚੋਂ ਨਹੀਂ ਨਿਕਲਿਆ, ਦੂਜਾ ਮੁੱਖ ਮੰਤਰੀ ਪੰਜਾਬ 'ਚ ਨਹੀਂ ਵੜਿਆ। ਗੱਲਾਂ ਤਾਂ ਫਿਰ ਉਹੀ ਆ। ਤਾਂ ਸੁਖਵਿੰਦਰ ਜੀ, ਵਾਕਿਆ ਹੀ ਫਿਰ ਇੱਕ ਗੱਲ ਜ਼ਰੂਰ ਮੈਂ ਫਿਰ ਕਹਿੰਦਾ ਕਿ ਆਪਾਂ ਕਿਸੇ ਪਾਰਟੀ ਦੀ ਪਲੇਟਫਾਰਮ ਤੋਂ ਨਹੀਂ ਬੋਲਦੇ ਪਏ, ਤਾਂ ਫਿਰ ਮੈਨੂੰ ਉਹ ਵੀ ਵੱਡੇ ਬਾਦਲ ਸਾਹਿਬ ਦਾ ਵੀ ਯਾਦ ਆਉਂਦਾ ਕਿ ਉਹ ਵੀ ਕਿਤੇ ਜਾਂਦੇ ਹੋਣਗੇ, ਪਰ ਇਹਨਾਂ ਚਿਰ ਕਦੇ ਗੈਰ ਹਾਜ਼ਰ ਉਹ ਪੰਜਾਬ ਦੇ ਵਿੱਚੋਂ ਨਹੀਂ ਸਨ ਰਹੇ, ਜੋ ਉਹਨਾਂ ਦੀ ਰਾਜਨੀਤੀ ਦਾ ਹਿੱਸਾ ਰਿਹਾ, ਉਹਨਾਂ ਦੀ ਕਾਰਜਸ਼ੈਲੀ ਨੂੰ ਵੇਖਿਆ। ਇੱਕ ਮੁੱਖ ਮੰਤਰੀ 4.5 ਸਾਲ ਮਹਿਲਾ 'ਚ ਨਹੀਂ ਨਿਕਲਿਆ, ਦੂਜਾ ਮੁੱਖ ਮੰਤਰੀ ਜਿਹੜਾ ਪੰਜਾਬ 'ਚ ਨਹੀਂ ਵੜਦਾ, ਤੀਜਾ ਸਾਬਕਾ ਮੁੱਖ ਮੰਤਰੀ PhD ਕਰਨ ਤੁਰ ਪਿਆ, ਅਮਰੀਕਾ 'ਚ ਗਿਆ। ਤਾਂ ਫਿਰ ਚਲੋ ਉਹ ਇੱਕ ਬੀਤੇ ਦੀਆਂ ਗੱਲਾਂ ਨੇ। ਜਿਹੜੀ ਅੱਜ ਦੀ ਗੱਲ ਆ, ਚਲੋ ਗਰਭਾ ਸ਼ਰਮਾ ਫਿਰ ਸੁਖਵਿੰਦਰ ਜੀ, ਗੱਲ ਤੇ ਬਦਲਾਵ ਦੀ ਕੀਤੀ, ਇੱਥੇ ਬਦਲਿਆ ਪੰਜਾਬ ਤੇ ਨਹੀਂ ਬਦਲਿਆ ਜਾ ਰਿਹਾ, ਹੋਰ ਬਹੁਤ ਕੁਝ ਬਦਲਿਆ ਜਾ ਰਿਹਾ। ਸ਼ਾਇਦ ਆਪਾਂ ਇਸ ਪਲੇਟਫਾਰਮ ਤੋਂ ਉਹ ਗੱਲ ਨਹੀਂ ਕਰ ਰਹੇ। ਸਿਰਫ ਚਿਹਰੇ ਬਦਲੇ ਗਏ ਆ। ਜਿੱਥੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ, ਉੱਥੇ ਫਿਰ ਕੈਪਟਨ ਅਮਰਿੰਦਰ ਸਿੰਘ ਆ ਗਏ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆ ਗਏ। ਉੱਥੋਂ ਬਦਲਾਵ ਦੀ ਗੱਲ ਤੁਰੀ, ਬਦਲਾਵ ਦੇ ਵਿੱਚ ਲੋਕਾਂ ਨੇ ਬਦਲਾਵ ਕੀਤਾ ਕਿ ਭਾਈ ਅੱਗੇ ਇੱਕ ਵਾਰੀ ਕੈਪਟਨ, ਇੱਕ ਵਾਰੀ ਬਾਦਲ, ਇੱਕ ਵਾਰੀ ਕੈਪਟਨ, ਇੱਕ ਵਾਰੀ ਬਾਦਲ, ਤਾਂ ਹੁਣ ਬਦਲਾਵ ਕਰ ਲਈਏ। ਬਦਲਾਵ ਸਿਰਫ ਔਰ ਸਿਰਫ ਜਦੋਂ ਕਰਤਾ ਲੋਕਾਂ ਨੇ, ਭਗਵੰਤ ਮਾਨ ਗੱਡੀ ਤੇ ਬਿਠਾਤਾ, ਉਸ ਤੋਂ ਬਾਅਦ ਚੋਂ ਬਸ ਉਸੇ ਬਦਲਾਵ ਤੋਂ ਬਾਅਦ ਬਦਲਾਵ ਰੁਕ ਗਿਆ।
ਸੁਖਵਿੰਦਰ ਜੀ ਇਹ ਤਾਂ ਫਿਰ ਹੁਣ ਵੇਖਣਾ ਪਏਗਾ ਨਾ ਕਿ ਇਸ ਬਦਲਾਅ ਤੋਂ ਹੁਣ ਅਗਲਾ ਬਦਲਾਅ ਕਿਹੜਾ ਹੁੰਦਾ, ਕਿ 5 ਸਾਲਾਂ ਬਾਅਦ ਬਦਲਾਅ ਹੁੰਦਾ, ਕਿ ਜਾਂ 2.5 ਸਾਲਾਂ ਬਾਅਦ ਹੁੰਦਾ, ਕਿ ਜਾਂ 2024 ਚ ਬਿਲਕੁਲ ਬਦਲਾਅ ਆ ਜਾਂਦਾ। ਉਸ ਬਦਲਾਅ ਤੇ ਤੁਸੀਂ ਨਜ਼ਰ ਰੱਖੋ। ਅਜੇ ਉਸ ਬਦਲਾਅ ਦੀ ਗੱਲ ਨਾ ਕਰੋ ਜਿਹੜੇ ਮੁੱਖ ਮੰਤਰੀ ਦੇ ਜਿਹੜੇ ਤੁਸੀਂ ਕਰਾਏ ਨੇ, ਉਹ ਤਾਂ ਚੰਗੀ ਗੱਲ ਤੁਸੀਂ ਗਿਣਾਤੇ। ਜੇ ਸੁਖਵਿੰਦਰ ਜੀ ਇਹੋ ਲੱਛਣ ਰਹੇ ਮੌਜੂਦਾ ਸਰਕਾਰ ਦੇ, ਜੇ ਮੁੱਖ ਮੰਤਰੀ ਸਾਹਿਬ ਇਸੇ ਤਰੀਕੇ ਨਾਲ ਗਰਭੇ ਤੇ ਗਰਭਾ ਚੱਲਦਾ ਰਿਹਾ, ਡਾਂਡੀਆਂ ਚੱਲਦਾ ਰਿਹਾ, ਤਾਂ ਫਿਰ ਠੀਕ ਆ, ਪੰਜਾਬ ਦੇ ਲੋਕ ਸੋਚ ਲੈਣਗੇ ਫਿਰ ਕੀ ਕਰਨਾ। ਬਦਲਾਵ ਅੱਗੇ ਪੰਜਾਬ ਦੇ ਲੋਕਾਂ ਨੇ ਹੀ ਲਿਆਂਦਾ, ਤਾਂ ਹੁਣ 2024 ਦੇ ਵਿੱਚ ਵੀ ਬਦਲਾਵ ਇਹੋ ਜਿਹਾ ਲਿਆਉਣਗੇ, ਸ਼ਾਇਦ ਭਗਵੰਤ ਮਾਨ ਹੋਣਾ ਨੂੰ ਕੁਝ ਸੋਚਣਾ ਪਏਗਾ। ਪਰ ਸੁਖਵਿੰਦਰ ਜੀ ਇਹ ਗੱਲ ਜ਼ਰੂਰੀ ਆ, ਜਿਸ ਤਰੀਕੇ ਨਾਲ ਗੈਰ ਹਾਜ਼ਰੀ ਇਸ ਵੇਲੇ ਭਗਵੰਤ ਮਾਨ ਦੀ ਪੰਜਾਬ ਦੇ ਵਿੱਚੋਂ ਲੱਗ ਰਹੀ ਆ, ਉਹਦੇ ਨਾਲ ਲੋਕਾਂ ਦਾ ਵਿਸ਼ਵਾਸ ਭਗਵੰਤ ਮਾਨ ਤੋਂ ਜ਼ਰੂਰ ਉੱਠਦਾ ਪਿਆ। ਟੀਵੀ ਦੇ ਤਾਂ ਉੱਤੇ ਜ਼ਰੂਰ ਉਹ ਦਿਖਾਈ ਦੇ ਦਿੰਦੇ ਆ, ਪਤਾ ਨਹੀਂ ਕਿਸ ਤਰੀਕੇ ਨਾਲ ਮਿੰਟੋ ਮਿੰਟੀ ਬੰਦਾ ਗੁਜਰਾਤ ਚ ਪੰਜਾਬ ਚ ਆ ਜਾਂਦਾ, ਪੰਜਾਬ ਚ ਉੱਥੇ ਆ ਜਾਂਦਾ, ਟੀਵੀ ਤੇ ਆਣ ਕੇ ਤਾਂ ਚਲੋ ਹੋ ਸਕਦਾ। ਪਰ ਸੁਖਵਿੰਦਰ ਜੀ ਉਸ ਤੋਂ ਪਹਿਲਾਂ ਇਹ ਜ਼ਰੂਰੀ ਆ ਕਿ ਪੰਜਾਬ ਦੇ ਲਟਕੇ ਮਸਲੇ, ਪੰਜਾਬ ਦੇ ਅਮਨ ਦੇ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਹੱਲ ਜ਼ਰੂਰ ਕੀਤਾ ਜਾਵੇ ਜੀ। ਬਿਲਕੁਲ ਕਾਨਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਈਟ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਵੀ ਪਸੰਦ ਆਈ ਹੋਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।